ਹੈਲੋ ਸਟੂਡੈਂਟਸ, ਅੱਜ ਆਪਾਂ 9th ਕਲਾਸ ਸਾਹਿਤਕ ਰੰਗ ਦੇ ਵਿੱਚੋਂ ਕਹਾਣੀ ਭਾਗ ਲਵਾਂਗੇ ਪਰਦੇਸ ਨਾ ਤੂੰ ਤੋਰੀ ਬਾਬਲਾ। ਪਰਦੇਸ ਨਾ ਤੂੰ ਤੋਰੀ ਬਾਬਲਾ ਕਹਾਣੀ ਨੂੰ ਪੜ੍ਹਾਂਗੇ ਅਤੇ ਇਸ ਬਾਰੇ ਵਿਚਾਰ ਕਰਾਂਗੇ। ਇਹ ਕਹਾਣੀ ਪਰਦੇਸ ਨਾ ਤੂੰ ਤੋਰੀ ਬਾਬਲਾ ਸਰਦਾਰ ਬੰਸ ਸਿੰਘ ਚੱਠਾ ਜੀ ਦੀ ਲਿਖੀ ਹੋਈ ਹੈ ਅਤੇ ਇਸ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਕਿਸੇ ਹੋਰ ਪਾਤਰ ਨੂੰ ਨਹੀਂ ਲਿਆ, ਕਿਸੇ ਹੋਰ ਦੀ ਕਹਾਣੀ ਨੂੰ ਪੇਸ਼ ਨਹੀਂ ਕੀਤਾ, ਬਲਕਿ ਉਸਨੇ ਆਪਣੇ ਘਰ ਦੀ ਆਪਣੀ ਨਿੱਜੀ ਕਹਾਣੀ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਕਹਾਣੀਕਾਰ ਦੀ ਇੱਕ ਧੀ ਹੁੰਦੀ ਹੈ ਜਿਸ ਦਾ ਨਾਮ ਹੁੰਦਾ ਹੈ ਰਾਣੀ, ਅਤੇ ਉਸਨੇ MA BEd ਤੱਕ ਦੀ ਪੜ੍ਹਾਈ ਕਰ ਲਈ ਹੁੰਦੀ ਹੈ ਅਤੇ ਉਸਦੀ ਉਮਰ 25 ਕੁ ਸਾਲ ਦੀ ਹੋਣੀ ਹੁੰਦੀ ਹੈ। ਅਤੇ ਜਿਸ ਤਰ੍ਹਾਂ ਆਪਣੇ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ, ਬੱਚੇ ਪੜ੍ਹ ਲਿਖ ਕੇ ਬੇਰੁਜ਼ਗਾਰ ਰਹਿੰਦੇ ਹਨ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਅਤੇ ਉਹਨਾਂ ਨੂੰ ਨੌਕਰੀ ਲੈਣ ਲਈ ਸਰਕਾਰ ਨਾਲ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਹੈ। ਕਈ ਵਾਰੀ ਤਾਂ ਇੱਥੋਂ ਤੱਕ ਕਿ ਪੜ੍ਹੇ ਲਿਖੇ ਬੱਚੇ ਮਜਬੂਰ ਹੋ ਕੇ ਆਤਮ ਹੱਤਿਆ ਕਰਨ ਲਈ ਵੀ ਮਜਬੂਰ ਹੋ ਜਾਂਦੇ ਹਨ। ਇਹਨਾਂ ਗੱਲਾਂ ਤੋਂ ਡਰਦੇ ਹੋਏ ਕਹਾਣੀਕਾਰ ਦੀ ਪਤਨੀ ਨੇ ਕਹਾਣੀਕਾਰ ਨੂੰ ਸਲਾਹ ਦਿੱਤੀ ਕਿ ਆਪਾਂ ਆਪਣੀ ਧੀ ਦਾ ਵਿਆਹ ਕਿਸੇ ਬਾਹਰਲੇ ਮੁੰਡੇ ਦੇ ਨਾਲ ਕਰ ਦੇਵਾਂਗੇ, ਜਿਸ ਦੇ ਕਾਰਨ ਇਹ ਨਾ ਹੋਵੇ ਵੀ ਆਪਣੀ ਧੀ ਨੂੰ ਨੌਕਰੀ ਲੈਣ ਲਈ ਆਪਾਂ ਨੂੰ ਹੱਥੋਂ ਗਵਾਉਣਾ ਪਵੇ, ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਵੇ। ਇਸ ਤੋਂ ਚੰਗਾ ਹੈ ਕਿ ਅਸੀਂ ਇਸ ਦਾ ਕਿਸੇ ਬਾਹਰਲੇ ਮੁੰਡੇ ਦੇ ਨਾਲ ਹੀ ਵਿਆਹ ਕਰ ਦਿੰਦੇ ਹਾਂ। ਆਪਣੀ ਪਤਨੀ ਦੀ ਗੱਲ ਸੁਣਦਿਆਂ ਹੀ ਕਹਾਣੀਕਾਰ ਦੇ ਮਨ ਦੇ ਵਿੱਚ ਵੀ ਇਸ ਗੱਲ ਦਾ ਹੋਇਆ ਵੀ ਕਿ ਮੈਂ ਆਪਣੀ ਧੀ ਦਾ ਵਿਆਹ ਕਿਸੇ ਬਾਹਰਲੇ ਮੁੰਡੇ ਦੇ ਨਾਲ ਹੀ ਕਰਾਂਗਾ, ਕਿਉਂਕਿ ਬਾਹਰ ਮਿਹਨਤ ਦਾ ਸਹੀ ਮੁੱਲ ਮਿਲਦਾ ਹੈ। ਜਿਸ ਦੇ ਕਾਰਨ ਉਸਨੇ ਆਪਣੇ ਸਾਕ ਸੰਬੰਧੀਆਂ ਨੂੰ, ਆਪਣੇ ਦੋਸਤਾਂ ਮਿੱਤਰਾਂ ਸਭ ਨੂੰ ਕਹਿ ਦਿੱਤਾ ਕਿ ਮੈਂ ਆਪਣੀ ਧੀ ਦਾ ਵਿਆਹ ਕਿਸੇ ਬਾਹਰਲੇ ਮੁੰਡੇ ਦੇ ਨਾਲ ਹੀ ਕਰਨਾ ਹੈ। ਅਤੇ ਜਿਸ ਕਰਕੇ ਉਹ ਜਿੱਥੇ ਵੀ ਉਸ ਨੂੰ ਪਤਾ ਲੱਗਦਾ ਵੀ ਕਿਸੇ ਦਾ ਕੋਈ ਰਿਸ਼ਤੇਦਾਰ ਬਾਹਰ ਗਿਆ ਹੋਇਆ ਹੈ ਜਾਂ ਕੋਈ ਕਿਸੇ ਦਾ ਜਾਣ ਪਹਿਚਾਣ ਵਾਲਾ ਬਾਹਰ ਗਿਆ ਹੋਇਆ ਹੈ, ਤਾਂ ਉਹ ਉਸ ਦੇ ਨਾਲ ਕਹਾਣੀਕਾਰ ਆਪਣੀ ਦੋਸਤੀ ਵਧਾਉਣ ਲੱਗ ਗਿਆ ਅਤੇ ਇੱਥੋਂ ਤੱਕ ਕਿ ਉਹਨਾਂ ਦੀਆਂ ਖੁਸ਼ਾਮਦੀਆਂ ਵੀ ਕਰਦਾ। ਖੁਸ਼ਾਮਦੀ ਮਤਲਬ ਉਹਨਾਂ ਦੀ ਅਧੀਨਗੀ ਨੂੰ ਵੀ ਸਵੀਕਾਰ ਕਰਦਾ। ਇਸ ਤਰ੍ਹਾਂ ਕਰਦੇ ਕਰਦੇ ਇੱਕ ਵਾਰੀ ਕਹਾਣੀਕਾਰ ਦਾ ਇੱਕ ਦੋਸਤ ਹੁੰਦਾ ਹੈ, ਉਹਨਾਂ ਦੇ ਅਗਾਂਹ ਕਿਸੇ ਰਿਸ਼ਤੇਦਾਰੀ ਦੇ ਵਿੱਚ ਕੋਈ ਮੁੰਡਾ ਕੈਨੇਡਾ ਤੋਂ ਆਇਆ ਹੁੰਦਾ ਹੈ ਅਤੇ ਉਹ ਕੈਨੇਡਾ ਤੋਂ ਵਿਆਹ ਕਰਵਾਉਣ ਵਾਸਤੇ ਹੀ ਆਇਆ ਹੁੰਦਾ ਹੈ। ਕਹਾਣੀਕਾਰ ਦਾ ਦੋਸਤ ਉਸ ਨੂੰ ਦੱਸ ਪਾਉਂਦਾ ਹੈ ਕਿ ਇੱਕ ਮੁੰਡਾ ਆਇਆ ਹੋਇਆ ਹੈ ਅਤੇ ਆਪਾਂ ਉਸ ਮੁੰਡੇ ਨੂੰ ਵੇਖਣ ਚੱਲਾਂਗੇ। ਜਦੋਂ ਕਹਾਣੀਕਾਰ ਆਪਣੇ ਦੋਸਤ ਨੂੰ ਨਾਲ ਲਿਜਾ ਕੇ ਉਸ ਨੂੰ ਮੁੰਡੇ ਨੂੰ ਦੇਖਦਾ ਹੈ ਤਾਂ ਇੱਕੋ ਦਮ ਮੁੰਡੇ ਦੀ ਉਮਰ ਉਸ ਨੂੰ ਜ਼ਿਆਦਾ ਲੱਗਦੀ ਹੈ। ਮੁੰਡੇ ਦੀ ਉਮਰ ਦੇਖਣ ਨੂੰ 40 ਕੁ ਸਾਲ ਲੱਗਦੀ ਹੈ ਤਾਂ ਇੱਕੋ ਦਮ ਉਸ ਦਾ ਮਨ ਬਹੁਤ ਜ਼ਿਆਦਾ ਖਰਾਬ ਹੁੰਦਾ ਹੈ, ਕਿਉਂਕਿ ਉਸ ਦੀ ਧੀ ਦੀ ਉਮਰ ਤਾਂ ਸਿਰਫ 25 ਕੁ ਸਾਲ ਹੀ ਸੀ। ਤਾਂ ਉਸ ਨੂੰ ਬਹੁਤ ਜ਼ਿਆਦਾ ਫਰਕ ਲੱਗਣ ਕਰਕੇ ਉਹ ਕਹਾਣੀਕਾਰ ਆਪਣੇ ਦੋਸਤ ਨੂੰ ਬਾਹਰ ਬੁਲਾਉਂਦਾ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਤਾਂ ਮੁੰਡੇ ਦੀ ਉਮਰ ਜ਼ਿਆਦਾ ਲੱਗੀ ਹੈ, ਇਸ ਕਰਕੇ ਮੈਂ ਇਸ ਰਿਸ਼ਤੇ ਨੂੰ ਹਾਂ ਨਹੀਂ ਕਰੂੰਗਾ। ਪਰੰਤੂ ਕਹਾਣੀਕਾਰ ਦਾ ਦੋਸਤ ਕਹਿੰਦਾ ਹੈ ਕਿ ਇੰਨੀ ਕਿਹੜੀ ਉਮਰ ਹੋਈ ਹੈ, ਸਾਰੀ 45 ਸਾਲ ਦੀ ਉਮਰ ਤਾਂ ਹੈ, ਕਿਉਂਕਿ ਬਾਹਰ ਗਏ ਬੱਚਿਆਂ ਦੀ ਉਮਰ ਪੜ੍ਹਦਿਆਂ ਕਰਦਿਆਂ ਨੌਕਰੀ ਲੱਗਦਿਆਂ ਉਹਨਾਂ ਦੀ ਉਮਰ ਇੰਨੀ ਹੋ ਹੀ ਜਾਂਦੀ ਹੈ। ਕਹਾਣੀਕਾਰ ਨੇ ਤਾਂ ਉਸ ਮੁੰਡੇ ਦੀ ਉਮਰ 40 ਕੁ ਸਾਲ ਹੀ ਸੋਚੀ ਸੀ, ਪਰੰਤੂ ਕਹਾਣੀਕਾਰ ਦੇ ਦੋਸਤ ਨੇ ਜਦੋਂ ਉਮਰ ਦਾ ਦੱਸਿਆ ਹੈ ਕਿ ਉਮਰ 45 ਸਾਲ ਦੀ ਹੈ ਤੇ ਇੰਨੀ ਗੱਲ ਸੁਣਦਿਆਂ ਹੀ ਉਸ ਦਾ ਰੰਗ ਪੀਲਾ ਪੈ ਗਿਆ, ਉਸ ਦਾ ਮਨ ਖੱਟਾ ਪੈ ਗਿਆ ਵੀ ਮੈਂ ਆਪਣੀ ਧੀ ਦਾ ਵਿਆਹ, ਇਹ 25 ਸਾਲ ਦੀ ਧੀ ਦਾ ਵਿਆਹ ਇੱਕ 45 ਸਾਲ ਦੇ ਮੁੰਡੇ ਨਾਲ ਕਰੂੰਗਾ। ਪਰੰਤੂ ਜਦੋਂ ਕਹਾਣੀਕਾਰ ਦਾ ਦੋਸਤ ਕਹਾਣੀਕਾਰ ਨੂੰ ਸਮਝਾਉਂਦਾ ਹੈ ਕਿ ਮੁੰਡਾ ਚੰਗਾ ਹੈ, ਕੋਈ ਉਮਰ ਦੇ ਪਿੱਛੇ ਨਾ ਜਾ ਅਤੇ ਤੂੰ ਆਪਣੀ ਧੀ ਦਾ ਵਿਆਹ ਤੂੰ ਇਸ ਮੁੰਡੇ ਦੇ ਨਾਲ ਕਰ ਦੇ, ਤੇਰੀ ਧੀ ਰਾਜ ਕਰੂਗੀ। ਅਤੇ ਆਪਣੇ ਦੋਸਤ ਦੀਆਂ ਗੱਲਾਂ ਦੇ ਵਿੱਚ ਆ ਕੇ ਉਹ ਉੱਥੇ ਹਾਂ ਕਰ ਜਾਂਦਾ ਹੈ ਅਤੇ ਉਹਨਾਂ ਨੂੰ ਕਹਾਣੀਕਾਰ ਮੁੰਡੇ ਨੂੰ ਕਹਿੰਦਾ ਹੈ ਕਿ ਤੁਸੀਂ ਮੇਰੇ ਘਰ ਆ ਕੇ ਕੁੜੀ ਆ ਕੇ ਦੇਖ ਜਾਣਾ। ਅਤੇ ਘਰੇ ਆ ਕੇ ਕਹਾਣੀਕਾਰ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਜਿਹੜਾ ਮੁੰਡਾ ਅੱਜ ਮੈਂ ਵੇਖ ਕੇ ਆਇਆ ਹਾਂ ਉਸ ਦੀ ਉਮਰ 45-50 ਸਾਲ ਦੀ ਹੈ। ਤਾਂ ਜਦੋਂ ਉਹ ਘਰੇ ਆ ਕੇ ਆਪਦੀ ਪਤਨੀ ਨੂੰ ਕਹਿੰਦਾ ਹੈ ਕਿ ਜਿਹੜਾ ਬਾਹਰਲਾ ਮੁੰਡਾ ਮੈਂ ਵੇਖਿਆ ਉਸ ਦੀ ਉਮਰ 45 ਤੋਂ 50 ਸਾਲ ਦੀ ਉਮਰ ਦੇ ਵਿੱਚ ਲੱਗਦੀ ਹੈ, ਤਾਂ ਕਹਾਣੀਕਾਰ ਦੀ ਪਤਨੀ ਵੀ ਇਹ ਗੱਲ ਕਹਿੰਦੀ ਹੈ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ, ਬਾਹਰ ਗਏ ਮੁੰਡਿਆਂ ਦੀ ਉਮਰ ਤਾਂ ਅਕਸਰ ਹੀ ਇੰਨੀ ਹੀ ਹੋ ਜਾਂਦੀ ਹੈ। ਤਾਂ ਉਸ ਵੇਲੇ ਕਹਾਣੀਕਾਰ ਆਪਣੀ ਪਤਨੀ ਨੂੰ ਲੜਦਾ ਵੀ ਹੈ ਵੀ ਤੈਨੂੰ ਸ਼ਰਮ ਆਉਂਦੀ ਹੈ, ਆਪਣੀ ਧੀ ਦੀ ਉਮਰ ਸਿਰਫ 25 ਸਾਲ ਦੀ ਹੈ ਅਤੇ ਮੁੰਡਾ 50 ਸਾਲ ਦਾ ਹੈ, ਉਮਰ ਦਾ ਅੱਧੋ ਵੱਧ ਦਾ ਫਰਕ ਹੈ। ਪਰੰਤੂ ਆਪਣੀ ਪਤਨੀ ਦੇ ਸਮਝਾਉਣ 'ਤੇ ਉਸਦੀ ਪਤਨੀ ਜਦੋਂ ਉਸਨੂੰ ਕਹਿੰਦੀ ਹੈ ਕਿ ਕੋਈ ਇਹੋ ਜਿਹੀ ਗੱਲ ਨਹੀਂ, ਉਮਰ ਦੇ ਨਾਲ ਨਹੀਂ ਹੁੰਦਾ, ਆਪਣੀ ਧੀ ਉੱਥੇ ਰਾਜ ਕਰੂਗੀ, ਤਾਂ ਉਹ ਆਪਣੀ ਪਤਨੀ ਦੀਆਂ ਗੱਲਾਂ ਦੇ ਵਿੱਚ ਆ ਕੇ ਤਾਂ ਉਸ ਰਿਸ਼ਤੇ ਲਈ ਤਿਆਰ ਹੋ ਜਾਂਦਾ ਹੈ। ਤਾਂ ਫਿਰ ਉਹ ਦਿਨ ਆ ਜਾਂਦਾ ਹੈ ਜਦੋਂ
ਮੁੰਡਾ ਜਿਹੜਾ ਬਾਹਰੋਂ ਕੈਨੇਡਾ ਤੋਂ ਮੁੰਡਾ ਆਇਆ ਆਪਣੀ ਮਾਂ ਨੂੰ ਲੈ ਕੇ ਉਹ ਕਹਾਣੀਕਾਰ ਦੇ ਘਰੇ ਕੁੜੀ ਨੂੰ ਵੇਖਣ ਵਾਸਤੇ ਜਾਂਦਾ ਹੈ। ਅਤੇ ਕਹਾਣੀਕਾਰ ਤੇ ਉਸਦੀ ਪਤਨੀ ਪਹਿਲਾਂ ਕੋਈ ਵੀ ਗੱਲ ਆਪਣੀ ਧੀ ਦੇ ਨਾਲ ਨਹੀਂ ਕਰਦੇ ਵੀ ਤੇਰੇ ਲਈ ਅਸੀਂ ਬਾਹਰਲਾ ਮੁੰਡਾ ਲੱਭ ਰਹੇ ਹਾਂ ਜਾਂ ਨਹੀਂ, ਕੀ ਤੂੰ ਤਿਆਰ ਹੈ, ਕਿ ਤੂੰ ਬਾਹਰ ਜਾਣਾ ਚਾਹੁੰਦੀ ਹੈ, ਉਹ ਕੋਈ ਵੀ ਗੱਲ ਨਹੀਂ ਕਰਦੀ। ਪਰੰਤੂ ਜਿਸ ਦਿਨ ਮੁੰਡੇ ਨੇ ਆਉਣਾ ਹੁੰਦਾ ਹੈ ਉਸ ਦਿਨ ਉਹ ਥੋੜ੍ਹੀ ਜਿਹੀ ਗੱਲ ਆਪਣੀ ਧੀ ਨਾਲ ਕਰਦੇ ਹੈ ਕਿ ਤੈਨੂੰ ਕੋਈ ਬਾਹਰਲਾ ਮੁੰਡਾ ਤੈਨੂੰ ਦੇਖਣ ਵਾਸਤੇ ਆ ਰਿਹਾ ਹੈ। ਉਸ ਦਿਨ ਉਸਦੀ ਕੁੜੀ ਜਿਹੜੀ ਰਾਣੀ ਹੈ ਉਹਦੀਆਂ ਸਹੇਲੀਆਂ ਵੀ ਉਹਨਾਂ ਦੇ ਘਰੇ ਆਉਂਦੀਆਂ ਹਨ, ਕੁੱਕੀ ਅਤੇ ਸ਼ੰਮੀ 2 ਸਹੇਲੀਆਂ ਉਹਦੀਆਂ। ਤਾਂ ਜਦੋਂ ਲੜਕਾ ਆਉਂਦਾ ਹੈ, ਲੜਕਾ ਉਹਦੀ ਮਾਂ ਦੇ ਨਾਲ ਆਉਂਦਾ ਹੈ, ਲੜਕਾ ਉਸਦੀ ਮਾਂ, ਕਹਾਣੀਕਾਰ ਦੀ ਪਤਨੀ ਅਤੇ ਕਹਾਣੀਕਾਰ ਦਾ ਦੋਸਤ ਜਿਹੜਾ ਰਿਸ਼ਤਾ ਕਰਵਾ ਰਿਹਾ ਹੁੰਦਾ ਹੈ, ਸਾਰੇ ਇਕੱਠੇ ਬੈਠ ਕੇ ਗੱਲਾਂ ਕਰ ਰਹੇ ਹੁੰਦੇ ਹਨ। ਤਾਂ ਇੰਨੇ ਚਿਰ ਦੇ ਵਿੱਚ ਹੀ ਰਾਣੀ ਦੀ ਸਹੇਲੀ, ਉਸਦੀ ਲੜਕੀ ਰਾਣੀ ਦੀ ਸਹੇਲੀ ਕੁੱਕੀ ਰਾਣੀ ਦੇ ਪਿਤਾ ਜੀ ਨੂੰ ਬੁਲਾਉਂਦੀ ਹੈ, ਰਾਣੀ ਦੇ ਪਾਪਾ ਨੂੰ ਬੁਲਾਉਂਦੀ ਹੈ ਕਿ ਅੰਕਲ ਇੱਕ ਵਾਰੀ ਆ ਕੇ ਅੰਦਰ ਆ ਕੇ ਗੱਲ ਸੁਣ ਲਓ, ਤੁਹਾਨੂੰ ਰਾਣੀ ਬੁਲਾ ਰਹੀ ਹੈ। ਤਾਂ ਜਦੋਂ ਕਹਾਣੀਕਾਰ ਅੰਦਰ ਜਾਂਦਾ ਹੈ ਤਾਂ ਉਸਦੀ ਧੀ ਰਾਣੀ ਕਹਾਣੀਕਾਰ ਨੂੰ ਕਹਿੰਦੀ ਹੈ ਕਿ ਮੈਂ ਇਸ ਦੇ ਨਾਲ ਵਿਆਹ ਨਹੀਂ ਕਰਵਾਉਣਾ। ਤਾਂ ਜਦੋਂ ਕਹਾਣੀਕਾਰ ਉਸਨੂੰ ਸਮਝਾਉਂਦਾ ਹੈ ਕਿ ਮੁੰਡਾ ਚੰਗਾ ਹੈ, ਤੂੰ ਐਸ਼ ਕਰੇਂਗੀ, ਉਸਨੂੰ ਮੁੰਡੇ ਦੇ ਗੁਨਾਹ ਬਾਰੇ ਦੱਸਦਾ ਹੈ, ਤਾਂ ਉਹ ਕਹਿੰਦੀ ਹੈ ਕਿ ਜੇ ਮੇਰਾ ਤੁਸੀਂ ਇਸ ਬੁੱਢੜੇ ਦੇ ਨਾਲ ਵਿਆਹ ਕਰਵਾ ਦਿੱਤਾ ਤਾਂ ਮੈਂ ਕਿਸੇ ਖੂਹ ਜਾਂ ਟੋਬੇ ਦੇ ਵਿੱਚ ਆਪਣੀ ਛਾਲ ਮਾਰ ਕੇ ਜਾਨ ਗਵਾ ਦਊਂਗੀ। ਜਦੋਂ ਉਸ ਦੀ ਇਹ ਗੱਲ ਆਪਣੀ ਧੀ ਦੇ ਮਰਨ ਦੀ ਗੱਲ ਸੁਣਦਾ ਹੈ ਤਾਂ ਕਹਾਣੀਕਾਰ ਇੱਕੋ ਦਮ ਪੱਥਰ ਵਰਗਾ ਬਣ ਜਾਂਦਾ ਹੈ, ਇੱਕੋ ਦਮ ਸੁੰਨਾ ਬਣ ਜਾਂਦਾ ਹੈ, ਪੱਥਰ ਵਰਗਾ ਹੋ ਜਾਂਦਾ ਹੈ, ਕਿਉਂਕਿ ਉਸ ਦੇ ਮੂੰਹੋਂ ਆਪਣੇ ਧੀ ਦੀ ਆਤਮ ਹੱਤਿਆ ਦੀ ਗੱਲ ਜਦੋਂ ਉਹ ਸੁਣਦਾ ਹੈ। ਤਾਂ ਇੰਨੇ ਚਿਰ ਨੂੰ ਜਦੋਂ ਉਹ ਆਤਮ ਹੱਤਿਆ ਦੀ ਗੱਲ ਸੁਣਦਾ ਹੈ ਤਾਂ ਕਹਾਣੀਕਾਰ ਨੂੰ ਆਪਣਾ ਇੱਕ ਦੋਸਤ ਦੀ ਧੀ ਦੀ ਯਾਦ ਆ ਜਾਂਦੀ ਹੈ, ਜਿਹੜੀ ਕਿ ਬਾਹਰ ਜਾਂਦੀ ਹੈ ਅਤੇ ਬਾਹਰ ਜਾ ਕੇ ਉਸਦੇ ਜਿਹੜੇ ਲਾਲਚੀ ਹੁੰਦੇ ਆ, ਸਹੁਰੇ ਹੁੰਦੇ ਹੈਗੇ, ਉਹਨਾਂ ਦੇ ਹੱਥੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲੈਂਦੀ ਹੈ। ਤਾਂ ਉਸਨੂੰ ਵੀ ਯਾਦ ਆਉਂਦਾ ਹੈ ਕਿਤੇ ਮੇਰੀ ਧੀ ਵੀ ਇਸ ਤਰ੍ਹਾਂ ਨਾ ਕਰ ਲਵੇ, ਕਿਉਂਕਿ ਫਿਰ ਉਸ ਕਹਿੰਦਾ ਹੈ ਵੀ ਤੂੰ ਆਪਣੀ ਧੀ ਨੂੰ ਕਹਿੰਦਾ ਹੈ ਵੀ ਤੂੰ ਚੱਲ ਇਹ ਲੜਕਾ ਨਹੀਂ ਕਿਸੇ ਹੋਰ ਲੜਕੇ ਦੇ ਨਾਲ ਤੇਰਾ ਵਿਆਹ ਕਰ ਦੇਵਾਂਗੇ। ਤਾਂ ਉਹ ਕਹਿੰਦੀ ਹੈ ਕਿ ਮੈਂ ਬਾਹਰਲੇ ਕਿਸੇ ਵੀ ਮੁੰਡੇ ਦੇ ਨਾਲ ਵਿਆਹ ਨਹੀਂ ਕਰਵਾਵਾਂਗੀ, ਕਿਉਂਕਿ ਅਖਬਾਰਾਂ ਦੇ ਵਿੱਚ ਆਮ ਹੀ ਲਿਖਣ ਦੇ ਵਿੱਚ ਆਉਂਦਾ ਹੈ ਜਾਂ ਆਮ ਹੀ ਸੁਣਨ ਦੇ ਵਿੱਚ ਆਉਂਦਾ ਹੈ ਕਿ ਬਾਹਰਲੇ ਮੁੰਡੇ ਲਾਲਚ ਦੇ ਹੇਠ ਆ ਕੇ ਇੱਥੋਂ ਦੀਆਂ ਭੋਲੀਆਂ ਭਾਲੀਆਂ ਕੁੜੀਆਂ ਦੇ ਨਾਲ ਵਿਆਹ ਕਰਵਾ ਲੈਂਦੇ ਹਨ ਅਤੇ ਵਿਆਹ ਕਰਵਾ ਕੇ ਲੱਖਾਂ ਰੁਪਏ ਦਾਜ ਦੇ ਰੂਪ ਵਿੱਚ ਲੈ ਜਾਂਦੇ ਹਨ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਇੱਥੋਂ ਲੈ ਕੇ ਨਹੀਂ ਜਾਂਦੇ। ਅਖੀਰ 'ਤੇ ਤੰਗ ਆ ਕੇ ਕੁੜੀਆਂ ਇੱਥੇ ਆਤਮ ਹੱਤਿਆ ਕਰ ਲੈਂਦੀਆਂ ਹਨ। ਤਾਂ ਉਸ ਨੂੰ ਵੀ ਆਪਣੀ ਧੀ ਦੀ ਗੱਲ ਬਿਲਕੁਲ ਸਹੀ ਲੱਗਦੀ ਹੈ ਕਿ ਇਹ ਗੱਲ ਬਿਲਕੁਲ ਸਹੀ ਹੈ ਵੀ ਜਿਹੜੇ ਉੱਥੋਂ ਦੇ ਮੁੰਡੇ ਹੁੰਦੇ ਤਾਂ ਇਸ ਤਰ੍ਹਾਂ ਦੇ ਹੈ, ਦਾਜ ਦੇ ਲੋਭੀ ਹੁੰਦੇ ਹੈ, ਪੈਸਿਆਂ ਦੇ ਲਾਲਚੀ ਹੁੰਦੇ ਹਨ। ਤਾਂ ਇੰਨੀ ਗੱਲ ਧੀ ਦੀ ਗੱਲ ਸੁਣਦਿਆਂ ਹੀ ਉਹ ਆ ਕੇ ਆਪਣੇ ਦੋਸਤ ਨੂੰ ਬੁਲਾਉਂਦਾ ਹੈ, ਆਪਣੇ ਦੋਸਤ ਨੂੰ ਬਾਹਰ ਲਿਜਾ ਕੇ ਕਹਿੰਦਾ ਹੈ ਕਿ ਜੋ ਤੁਸੀਂ ਖੇਚਲ ਕੀਤੀ ਹੈ ਉਸ ਲਈ ਮੈਂ ਮਾफ़ੀ ਮੰਗਦਾ ਹਾਂ, ਪਰੰਤੂ ਮੈਂ ਆਪਣੀ ਧੀ ਦਾ ਵਿਆਹ ਇੱਥੇ ਕਿਸੇ ਹਾਲਤ ਵਿੱਚ ਵੀ ਨਹੀਂ ਕਰਾਂਗਾ। ਤਾਂ ਇੰਨੀ ਗੱਲ ਉਸ ਦਾ ਦੋਸਤ ਜਿਹੜਾ ਹੈ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਤੂੰ ਇਸ ਤਰ੍ਹਾਂ ਜਵਾਬ ਨਾ ਦੇ, ਪਰੰਤੂ ਉਹ ਕਹਿੰਦਾ ਵੀ ਮੇਰੀ ਧੀ ਨੇ ਵੀ ਨਾ ਕਰ ਦਿੱਤੀ ਅਤੇ ਹੁਣ ਮੈਂ ਵੀ ਕਿਸੇ ਹਾਲਤ ਵਿੱਚ ਵੀ ਆਪਣੀ ਧੀ ਦਾ ਵਿਆਹ ਬਾਹਰ ਨਹੀਂ ਕਰਾਂਗਾ। ਤਾਂ ਇਸ ਤਰ੍ਹਾਂ ਪਰਦੇਸ ਨਾ ਤੂੰ ਤੋਰੀ ਬਾਬਲਾ ਵਿੱਚ ਕਹਾਣੀਕਾਰ ਇਸ ਸਮੱਸਿਆ ਜਿਹੜੀ ਕਹਾਣੀ ਹੈ ਇਸ ਸਮੱਸਿਆ ਨੂੰ ਲੈ ਕੇ ਉੱਭਰਦੀ ਹੈ ਕਿ ਕਈ ਮਾਂ-ਬਾਪ ਆਪਣੀ ਔਲਾਦ ਨੂੰ ਪਰਦੇਸ ਤੋਰ ਕੇ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਖੁਸ਼ਹਾਲ ਵੇਖਣਾ ਚਾਹੁੰਦੇ ਹਨ, ਭਾਵੇਂ ਉਹਨਾਂ ਨੂੰ ਕੋਈ ਵੀ ਕੁਰਬਾਨੀ ਨਾ ਦੇਣੀ ਪਵੇ। ਤਾਂ ਇਸ ਵਿੱਚ ਕਹਾਣੀਕਾਰ ਦੇ ਮਨ 'ਚ ਵੀ ਇਹੀ ਲਾਲਚ ਆਉਂਦਾ ਹੈ ਕਿ ਪਹਿਲਾਂ ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਅਸੀਂ ਆਪਣੀ ਧੀ ਦਾ ਵਿਆਹ ਕਰ ਦੇਵਾਂਗੇ ਅਤੇ ਬਾਅਦ ਵਿੱਚ ਆਪਣੀ ਧੀ ਦੇ ਨਾਲ ਹੀ ਅਸੀਂ ਵੀ ਹੌਲੀ ਹੌਲੀ ਕਰਕੇ ਬਾਹਰ ਚਲੇ ਜਾਵਾਂਗੇ। ਉਹਨਾਂ ਦਾ ਇਹ ਲਾਲਚ ਉਹਨਾਂ ਨੂੰ ਇਹ ਦੇਖਣ ਲਈ ਮਜਬੂਰ ਵੀ ਨਹੀਂ ਕਰਦਾ ਕਿ ਲੜਕੀ ਦੀ ਉਮਰ ਅਤੇ ਲੜਕੇ ਦੀ ਉਮਰ ਦੇ ਵਿੱਚ ਅੱਧੋ ਅੱਧ ਦਾ ਫਰਕ ਹੈ। ਉਹਨਾਂ ਨੂੰ ਇਹ ਚੀਜ਼ ਵੀ ਨਜ਼ਰ ਨਹੀਂ ਆਉਂਦੀ ਕਿ ਉਹ ਇੱਕ ਅੱਧਖੜ ਉਮਰ ਦੇ ਵਿਅਕਤੀ ਦੇ ਨਾਲ ਆਪਣੀ ਧੀ ਦਾ ਵਿਆਹ ਕਰ ਰਹੇ ਹਨ। ਇਸ ਤਰ੍ਹਾਂ ਇਸ ਕਹਾਣੀ ਵਿੱਚ ਬਾਹਰਲੇ ਮੁੰਡਿਆਂ ਵੱਲੋਂ ਭੋਲੇ ਭਾਲੇ ਲੋਕਾਂ ਦੀਆਂ ਸੱਧਰਾਂ ਨਾਲ ਖਿਲਵਾੜ ਕਰਨ ਦਾ ਬਾਜ਼ ਵੀ ਉਗਾੜਿਆ ਗਿਆ ਹੈ ਅਤੇ ਟਾਈਮ ਰਹਿੰਦਿਆਂ ਹੀ ਉਸਦੀ ਧੀ ਆਪਣੇ ਜਿਹੜੇ ਬਾਪ ਨੂੰ, ਆਪਣੇ ਪਿਤਾ ਨੂੰ ਇਸ ਗੱਲ ਦੀ ਸਿੱਖਿਆ ਦੇ ਦਿੰਦੀ ਹੈ ਅਤੇ ਕਹਾਣੀਕਾਰ ਨੂੰ ਵੀ ਜਲਦੀ ਹੀ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਆਪਣੀ ਧੀ ਦਾ ਵਿਆਹ ਕਦੇ ਵੀ ਬਾਹਰਲੇ ਮੁੰਡੇ ਦੇ ਨਾਲ ਨਹੀਂ ਕਰੂਗਾ।
ਬੱਚਿਓ ਇਹ ਆਪਾਂ ਕੁਐਸਚਨ ਆਪਾਂ ਪਹਿਲਾਂ ਇਸ ਕਹਾਣੀ ਨੂੰ ਕਰ ਚੁੱਕੇ ਹੋਏ ਹਾਂ। ਇਹਨਾਂ ਦੇ ਕੁਐਸਚਨ ਆਨਸਰ ਵੀ ਆਪਾਂ ਭੇਜ ਚੁੱਕੇ ਹੋਏ ਹਾਂ, ਪਰੰਤੂ ਫਿਰ ਵੀ ਇਸ ਕਹਾਣੀ ਨੂੰ ਤੁਸੀਂ ਧਿਆਨ ਦੇ ਨਾਲ ਆਪਣੀਆਂ ਕਿਤਾਬਾਂ ਦੇ ਵਿੱਚੋਂ ਪੜ੍ਹਿਓ, ਤਾਂ ਕਿ ਇਹਨਾਂ ਵਿੱਚੋਂ ਕੋਈ ਵੀ ਜਿਹੜਾ 1 ਵਰਡ ਵਾਲਾ ਕੁਐਸਚਨ ਆਉਂਦਾ ਹੈ ਜਾਂ 2-2 ਨੰਬਰ ਵਾਲੇ ਕੁਐਸਚਨ ਆਉਂਦੇ ਆ, ਤੁਸੀਂ ਉਸ ਨੂੰ ਆਰਾਮ ਨਾਲ ਕਰ ਸਕਦੇ ਹੋ। ਤਾਂ ਇਹਨਾਂ ਵਿੱਚੋਂ ਤੁਹਾਨੂੰ ਵੱਡੇ ਕੁਐਸਚਨ ਬੇਟੇ ਨਹੀਂ ਆਉਣੇ, ਇਹਨਾਂ ਵਿੱਚੋਂ ਸਿਰਫ ਤੁਹਾਨੂੰ 1-1 ਨੰਬਰ ਵਾਲੇ ਅਤੇ 2-2 ਨੰਬਰ ਵਾਲੇ ਕੁਐਸਚਨ ਹੀ ਆਉਣਗੇ। ਅਤੇ ਇਹਨਾਂ ਕੁਐਸਚਨਸ ਨੂੰ ਆਪਾਂ ਰਿਵਾਈਜ਼ ਕਰਦੇ ਹਾਂ। ਪਰਦੇਸ ਨਾ ਤੂੰ ਤੋਰੀ ਬਾਬਲਾ ਕਹਾਣੀਕਾਰ ਕਿਸ ਦੀ ਲਿਖੀ ਹੋਈ ਹੈ? ਕਹਾਣੀ ਜਿਹੜੀ ਹੈ ਕਿਸ ਕਹਾਣੀਕਾਰ ਦੁਆਰਾ ਲਿਖੀ ਹੋਈ ਹੈ? ਤਾਂ ਸਭ ਤੋਂ ਪਹਿਲਾਂ ਇਹੀ ਮੈਂ ਤੁਹਾਨੂੰ ਕਿਹਾ ਸੀ ਵੀ ਕੋਈ ਵੀ ਕਹਾਣੀ ਕਰਨੀ ਹੋਵੇ ਜਾਂ ਇਕਾਂਗੀ ਕਰਨੀ ਹੋਵੇ, ਸਾਨੂੰ ਉਸ ਦੇ ਕਹਾਣੀਕਾਰ ਜਾਂ ਇਕਾਂਗੀਕਾਰ ਦਾ ਨਾਮ ਪਤਾ ਹੋਣਾ ਚਾਹੀਦਾ ਹੈ। ਅਤੇ ਇਹ ਕਹਾਣੀ ਕਿਸ ਦੀ ਲਿਖੀ ਹੋਈ ਹੈ? ਸਰਦਾਰ ਬੰਦ ਸਿੰਘ ਚੱਠਾ ਜੀ ਦੀ। ਕਹਾਣੀਕਾਰ ਦੀ ਧੀ ਦਾ ਕੀ ਨਾਮ ਹੈ? ਰਾਣੀ। MA BEd ਕਿਸ ਨੇ ਕੀਤੀ ਹੋਈ ਹੈ? ਰਾਣੀ ਨੇ। ਕਹਾਣੀਕਾਰ ਦੀ ਪਤਨੀ ਨੇ ਕਿਸ ਨੂੰ ਜਹਾਜ਼ ਵਿੱਚ 7 ਸਮੁੰਦਰੋਂ ਪਾਰ ਚੜ੍ਹਾ ਦੇਣ ਦੀ ਸਲਾਹ ਦਿੱਤੀ? ਕਿਸ ਨੂੰ ਦਿੱਤੀ ਸੀ? ਆਪਣੀ ਧੀ ਨੂੰ। ਕਿਸ ਨੂੰ ਚੜਾਉਣ ਦੀ ਸਲਾਹ ਦਿੱਤੀ ਸੀ? ਆਪਣੀ ਧੀ ਨੂੰ। ਕਿਸ ਦੀਆਂ ਡਰਾਉਣੀਆਂ ਗੱਲਾਂ ਸੁਣ ਕੇ ਕਹਾਣੀਕਾਰ ਨੇ ਧੀ ਨੂੰ ਵਿਦੇਸ਼ ਭੇਜਣ ਦਾ ਪੱਕਾ ਮਨ ਬਣਾ ਲਿਆ? ਕਿਹੜੀਆਂ ਡਰਾਉਣੀਆਂ ਗੱਲਾਂ ਸੀ? ਵੀ ਨੌਕਰੀ ਲੈਣ ਦੀ ਖਾਤਰ ਕਿਤੇ ਸਾਨੂੰ ਵੀ ਆਪਣੀ ਧੀ ਜਾਨ ਗਵਾਉਣੀ ਨਾ ਪਵੇ। ਆਪਣੀ ਪਤਨੀ ਦੀਆਂ ਡਰਾਉਣੀਆਂ ਗੱਲਾਂ ਸੁਣ ਕੇ ਉਸਦੇ ਮਨ ਦੇ ਵਿੱਚ ਵੀ ਲਾਲਚ ਆ ਗਿਆ ਸੀ ਕਿ ਆਪਾਂ ਆਪਣੀ ਧੀ ਦਾ ਵਿਆਹ ਬਾਹਰ ਹੀ ਕਰ ਦੇਵਾਂਗੇ। ਧੀ ਨੂੰ ਵਿਦੇਸ਼ ਭੇਜਣ ਦੀ ਇੱਛਾ ਕਿਸ ਵਿੱਚ ਬਦਲ ਗਈ? ਲਾਲਚ ਵਿੱਚ। ਪਹਿਲਾਂ ਤਾਂ ਸਿਰਫ ਆਪਣੀ ਧੀ ਦਾ ਵਿਆਹ ਕਰਨਾ ਚਾਹੁੰਦੇ ਸੀ, ਪਰੰਤੂ ਬਾਅਦ ਵਿੱਚ ਉਹਨਾਂ ਦੀ ਇਹ ਇੱਛਾ ਕਿਸ ਵਿੱਚ ਬਦਲ ਗਈ? ਲਾਲਚ ਵਿੱਚ, ਵੀ ਜਦੋਂ ਸਾਡੀ ਧੀ ਚਲੀ ਜਾਊਗੀ ਤਾਂ ਹੌਲੀ ਹੌਲੀ ਕਰਕੇ ਅਸੀਂ ਵੀ ਚਲੇ ਜਾਵਾਂਗੇ। ਕੁੜੀ ਦੇ ਵਿਆਹ ਪਿੱਛੋਂ ਕਹਾਣੀਕਾਰ ਦਾ ਸਾਰਾ ਟੱਬਰ ਕਿੱਥੇ ਸੈੱਟ ਹੋਣ ਬਾਰੇ ਸੋਚ ਰਿਹਾ ਸੀ? ਵਿਦੇਸ਼ ਵਿੱਚ। ਸਾਰੇ ਟੱਬਰਾਂ ਦੀ ਰਾਤ ਦੀ ਨੀਂਦ ਕਿਉਂ ਉੱਡ ਗਈ ਸੀ? ਬਾਹਰ ਜਾਣ ਦੀ ਖੁਸ਼ੀ ਦੇ ਵਿੱਚ। ਪੰਜਾਬ ਵਿੱਚ ਮੁੰਡਾ ਵਿਆਹ ਕਰਾਉਣ ਲਈ ਕਿਸ ਦੇਸ਼ ਤੋਂ ਆਇਆ ਸੀ? ਕੈਨੇਡਾ। ਵਿਦੇਸ਼ ਵਿੱਚੋਂ ਆਏ ਮੁੰਡੇ ਨੂੰ ਦੇਖਣ ਲਈ ਕਹਾਣੀਕਾਰ ਕਿਸ ਨੂੰ ਆਪਣੇ ਘਰ ਲੈ ਕੇ ਗਿਆ? ਜਿਹੜਾ ਵਿਦੇਸ਼ੋਂ ਆਇਆ ਸੀ ਮੁੰਡਾ, ਉਹਨੂੰ ਦੇਖਣ ਵਾਸਤੇ ਕਹਾਣੀਕਾਰ ਕਿਹਨੂੰ ਨਾਲ ਲੈ ਗਿਆ ਸੀ? ਆਪਣੇ ਦੋਸਤ ਨੂੰ ਲੈ ਗਿਆ ਸੀ। ਰਾਣੀ ਦੀ ਉਮਰ ਕਿੰਨੇ ਕੁ ਵਰ੍ਹਿਆਂ ਦੀ ਸੀ? 25 ਕੁ। ਪਰਦੇਸੀ ਕਾਕਾ ਕਿਸ ਦੇ ਨਾਲ ਕਹਾਣੀਕਾਰ ਦੇ ਘਰ ਆਇਆ? ਜਿਹੜਾ ਪ੍ਰਦੇਸ਼ ਤੋਂ ਆਇਆ ਮੁੰਡਾ ਸੀ, ਉਹ ਕੁੜੀ ਨੂੰ ਦੇਖਣ ਲਈ ਕਿਹਨੂੰ ਨਾਲ ਲੈ ਕੇ ਆਇਆ ਸੀ? ਆਪਣੀ ਮਾਂ ਨੂੰ। ਵਿਦੇਸ਼ ਨਾ ਜਾਣ ਦੀ ਪੱਕੀ ਜਿੱਦ ਕਿਸ ਨੇ ਕਰ ਲਈ ਸੀ? ਕਿਹਨੇ ਕੀਤੀ ਸੀ? ਰਾਣੀ ਨੇ, ਉਸਦੀ ਧੀ ਰਾਣੀ ਨੇ। ਰਾਣੀ ਦੀਆਂ ਸਹੇਲੀਆਂ ਦੇ ਕੀ ਨਾਮ ਸਨ? ਕੁੱਕੀ ਤੇ ਸ਼ੰਮੀ। ਕਹਾਣੀਕਾਰ ਨੇ ਆਪਣੇ ਦੋਸਤ ਨੂੰ ਅੰਤ ਵਿੱਚ ਕਿਸ ਵਰਗਾ ਜਵਾਬ ਦੇ ਦਿੱਤਾ? ਦੁੱਧ ਵਰਗਾ ਚਿੱਟਾ ਜਵਾਬ ਦੇ ਦਿੱਤਾ। ਹਾਂਜੀ, ਇਹ ਕੁਐਸਚਨ ਸੀ। ਇਸ ਤੋਂ ਬਾਅਦ ਥੋੜ੍ਹੇ ਬਹੁਤ ਹੋਰ ਛੋਟੇ ਕੁਐਸਚਨ ਹੈ, ਜਿਸ ਤਰ੍ਹਾਂ ਸਹੁਰਿਆਂ ਤੋਂ ਤੰਗ ਆ ਕੇ ਕਿਸ ਨੇ ਕੈਨੇਡਾ ਦੇ ਸਮੁੰਦਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ? ਕਹਾਣੀਕਾਰ ਦੇ ਇੱਕ ਮਾਸਟਰ ਦੋਸਤ ਦੀ ਕੁੜੀ ਨੇ। ਕਹਾਣੀਕਾਰ ਤੇ ਉਸ ਦੀ ਪਤਨੀ ਕਿਸ ਨਾਲ ਆਪਣੀ ਗੱਲ ਕਦੇ ਵੀ ਸਾਂਝੀ ਨਹੀਂ ਸੀ ਕਰਦੇ? ਕਿਹਦੇ ਨਾਲ ਗੱਲ ਨਹੀਂ ਸੀ ਸਾਂਝੀ ਕਰਦੇ? ਆਪਣੀ ਧੀ ਦੇ ਨਾਲ। ਕੈਨੇਡਾ ਤੋਂ ਮੁੰਡਾ ਪੰਜਾਬ ਕੀ ਕਰਨ ਆਇਆ ਸੀ? ਵਿਆਹ ਕਰਵਾਉਣ ਲਈ। ਹਾਂਜੀ, ਹੁਣ 2-2 ਨੰਬਰ ਵਾਲੇ ਕੁਐਸਚਨ ਹੈ। ਕੀ ਕਹਾਣੀ ਦੀ ਪਾਤਰ ਰਾਣੀ ਪ੍ਰਦੇਸ਼ ਜਾਣਾ ਚਾਹੁੰਦੀ ਸੀ? ਹਾਂਜੀ, ਜਾਣਾ ਚਾਹੁੰਦੀ ਸੀ? ਨਹੀਂ, ਰਾਣੀ ਪ੍ਰਦੇਸ਼ ਜਾਣ ਦੀ ਬਿਲਕੁਲ ਵੀ ਇੱਛੁਕ ਨਹੀਂ ਸੀ, ਕਿਉਂਕਿ ਉਸਨੇ ਖਬਰਾਂ ਵਿੱਚ ਪੜ੍ਹਿਆ ਲਿਖਿਆ ਹੋਇਆ ਸੀ ਕਿ ਕਿਸ ਤਰ੍ਹਾਂ ਬਾਹਰਲੇ ਮੁੰਡੇ ਧੋਖੇ ਨਾਲ ਇੱਧਰਲੀਆਂ ਕੁੜੀਆਂ ਨਾਲ ਵਿਆਹ ਕਰਵਾ ਕੇ ਲਿਆ ਜਾਂਦੇ ਹਨ ਅਤੇ ਦਾਜ ਦੇ ਰੂਪ ਵਿੱਚ ਲੱਖਾਂ ਰੁਪਏ ਹੜੱਪ ਕਰ ਜਾਂਦੇ ਹਨ। ਕੀ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਕੇ ਸੰਤੁਸ਼ਟ ਹਨ? ਹਾਂਜੀ, ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਕੇ ਸੰਤੁਸ਼ਟ ਨਹੀਂ ਹਨ, ਭਾਵੇਂ ਉਹ ਕਿਸੇ ਨਿੱਜੀ ਸਵਾਰਥ ਅਧੀਨ ਅਜਿਹਾ ਕਰਨ ਲਈ ਮਜਬੂਰ ਹੁੰਦੇ ਹਨ, ਪਰ ਅਜੋਕੀਆਂ ਅੱਜ ਦੀਆਂ ਖਬਰਾਂ ਪੜ੍ਹ ਕੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੋਚ ਕੇ ਅਜਿਹਾ ਕਰਨ ਤੋਂ ਡਰਦੇ ਹਨ। ਦਾਜ ਦੇ ਲੋਭੀ ਮੁੰਡੇ ਇੱਧਰੋਂ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਵਿਆਹ ਦਾ ਲਾਲਚ ਦੇ ਕੇ ਵਿਦੇਸ਼ ਲੈ ਜਾਂਦੇ ਹਨ ਅਤੇ ਦਹੇਜ ਵਿੱਚ ਮੋਟੀ ਰਕਮ ਲੈ ਕੇ ਉਹਨਾਂ ਨੂੰ ਆਪਣੇ ਨਾਲ ਨਹੀਂ ਲੈ ਜਾਂਦੇ ਅਤੇ ਉਹ ਕੁੜੀਆਂ ਅਖੀਰ ਦੇ ਵਿੱਚ ਆਤਮ ਹੱਤਿਆ ਕਰਨ ਦੇ ਲਈ ਮਜਬੂਰ ਹੋ ਜਾਂਦੀਆਂ ਹਨ। ਹਾਂਜੀ, ਵਿਦੇਸ਼ ਵਿੱਚ ਰਹਿ ਰਹੇ ਜਿਹੜੇ ਪੰਜਾਬੀ ਇੱਥੋਂ ਦੇ ਬੱਚੇ ਜਾਂਦੇ ਹੈ, ਕਹਾਣੀ ਦੇ ਆਧਾਰ 'ਤੇ ਆਪਣੇ ਵਿਚਾਰ ਸਪਸ਼ਟ ਕਰੋ ਵੀ ਉਹਨਾਂ ਦੀ ਜ਼ਿੰਦਗੀ ਉੱਥੇ ਕਿਵੇਂ ਹੈ। ਵਿਦੇਸ਼ ਵਿੱਚ ਰਹਿ ਰਹੇ ਪੰਜਾਬੀਆਂ ਦਾ ਜੀਵਨ ਕੋਈ ਜ਼ਿਆਦਾ ਵਧੀਆ ਨਹੀਂ ਹੈ। ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਜਾ ਕੇ ਪੈਸਾ ਕਮਾਉਣਾ, ਫਿਰ ਪੱਕੇ ਹੋਣਾ, ਇਹਨਾਂ ਵਿੱਚ ਕਈ ਸਾਲ ਲੱਗ ਜਾਂਦੇ ਹਨ ਅਤੇ ਕਈਆਂ ਦੀ ਵਿਆਹ ਦੀ ਉਮਰ ਵੀ ਲੰਘ ਜਾਂਦੀ ਹੈ।
ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚੋਂ ਭਾਰਤ ਆ ਕੇ ਇੱਥੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਵਿੱਚ ਪੱਕੇ ਕਰਾਉਣ ਦਾ ਝਾਂਸਾ ਵੀ ਦਿੰਦੇ ਹਨ, ਲਾਲਚ ਦਿੰਦੇ ਹਨ ਅਤੇ ਉਹਨਾਂ ਤੋਂ ਲੁੱਟ ਖਸੁੱਟ ਕਰਦੇ ਹਨ। ਕੁੜੀ ਵਾਲਿਆਂ ਵੱਲੋਂ ਦਾਜ ਦੇ ਰੂਪ ਵਿੱਚ ਲੱਖਾਂ ਰੁਪਏ ਬਟੋਰ ਕੇ ਭੋਲੀਆਂ ਭਾਲੀਆਂ ਕੁੜੀਆਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰ ਦਿੰਦੇ ਹਨ। ਹਾਂਜੀ, ਕੁਐਸਚਨ ਹੈ, ਧੀ ਦੀ ਕਿਹੜੀ ਗੱਲ ਸੁਣ ਕੇ ਕਹਾਣੀਕਾਰ ਪੱਥਰ ਜਿਹਾ ਬਣ ਕੇ ਰਹਿ ਗਿਆ? ਜਦੋਂ ਉਸਦੀ ਧੀ ਨੇ ਕਿਹਾ ਸੀ ਕਿ ਜੇ ਮੇਰਾ ਇਸ ਬੁੱਢੇ ਨੂੰ ਨਾਲ ਵਿਆਹ ਕਰਵਾਇਆ ਤਾਂ ਮੈਂ ਕਿਸੇ ਖੂਹ ਜਾਂ ਟੋਬੇ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਵਾਂਗੀ। ਤਾਂ ਇਹ ਗੱਲ ਸੁਣ ਕੇ ਕਹਾਣੀਕਾਰ ਪੱਥਰ ਬਣ ਗਿਆ। ਹਾਂਜੀ, ਵਿਦੇਸ਼ 'ਚੋਂ ਆਏ ਮੁੰਡੇ ਨੂੰ ਦੇਖ ਕੇ ਕਹਾਣੀਕਾਰ ਦਾ ਮਨ ਕੱਚਾ ਕਿਉਂ ਹੋ ਗਿਆ? ਜਦੋਂ ਉਹ ਆਪਣੇ ਮਿੱਤਰ ਨੂੰ ਨਾਲ ਲੈ ਕੇ ਕੈਨੇਡਾ ਵਾਲਾ ਮੁੰਡਾ ਵੇਖਣ ਗਿਆ ਤਾਂ ਜਦੋਂ ਉਸਨੇ ਦੇਖਿਆ ਕਿ ਮੁੰਡੇ ਦੀ ਉਮਰ ਵਧੇਰੇ ਲੱਗ ਰਹੀ ਹੈ ਤਾਂ ਉਸ ਨੂੰ ਦੇਖ ਕੇ ਕਹਾਣੀਕਾਰ ਦਾ ਮਨ ਕੱਚਾ ਪੈ ਗਿਆ, ਕਿਉਂਕਿ ਉਸ ਦੀ ਧੀ ਅਤੇ ਉਸ ਮੁੰਡੇ ਦੀ ਉਮਰ ਵਿੱਚ ਬਹੁਤ ਜ਼ਿਆਦਾ ਫਰਕ ਸੀ। ਹਾਂਜੀ, ਕਈ ਵਾਰੀ ਬੇਰੁਜ਼ਗਾਰ ਕੁੜੀਆਂ ਦਾ ਇਕੱਠ ਕਰਨ ਲਈ ਮਜਬੂਰ ਹੋ ਜਾਂਦਾ ਹੈ। ਕਈ ਵਾਰੀ ਬੇਰੁਜ਼ਗਾਰ ਕੀ ਹੁੰਦੇ? ਜਿਨ੍ਹਾਂ ਨੂੰ ਪੜ੍ਹ ਲਿਖ ਕੇ ਨੌਕਰੀ ਨਹੀਂ ਮਿਲਦੀ, ਉਹ ਕੀ ਹੁੰਦੇ ਆ? ਬੇਰੁਜ਼ਗਾਰ। ਤਾਂ ਕਈ ਵਾਰੀ ਕੀ ਹੈ, ਬੇਰੁਜ਼ਗਾਰ ਕੁੜੀਆਂ ਦਾ ਇਕੱਠ ਪਾਣੀ ਵਾਲੀਆਂ ਟੈਂਕੀਆਂ ਉੱਪਰ ਚੜ੍ਹ ਕੇ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹੋ ਜਾਂਦਾ ਹੈ ਅਤੇ ਕਈ ਆਪਣੇ ਆਪ ਨੂੰ ਅੱਗਾਂ ਵਿੱਚ ਸਾੜ ਦੇਣ ਲਈ ਮਜਬੂਰ ਹੋ ਜਾਂਦੇ ਹਨ। ਹਾਂਜੀ, ਕਹਾਣੀਕਾਰ ਨੇ ਆਪਣੇ ਮਿੱਤਰ ਨੂੰ ਦੁੱਧ ਵਰਗਾ ਚਿੱਟਾ ਕਿਹੜਾ ਜਵਾਬ ਦਿੱਤਾ? ਧੀ ਵੱਲੋਂ ਵਿਦੇਸ਼ ਵਿੱਚ ਵਿਆਹ ਨਾ ਕਰਵਾਉਣ ਦੇ ਹੱਠ ਤੋਂ ਬਾਅਦ ਅਤੇ ਧੀ ਵੱਲੋਂ ਖੁਦਕੁਸ਼ੀ ਕਰਨ ਦੇ ਉੱਤਰ ਨੂੰ ਸੁਣ ਕੇ ਕਹਾਣੀਕਾਰ ਨੇ ਆਪਣੇ ਮਿੱਤਰ ਨੂੰ ਦੁੱਧ ਵਰਗਾ ਚਿੱਟਾ ਜਵਾਬ ਦੇ ਦਿੱਤਾ ਅਤੇ ਕਿਹਾ, ਵੇਖ ਭਾਈ, ਤੈਨੂੰ ਜਿਹੜੀ ਤਕਲੀਫ ਅਸੀਂ ਦਿੱਤੀ ਹੈ, ਅਸੀਂ ਤੇਰੇ ਤੋਂ ਮਾफ़ੀ ਮੰਗਦੇ ਹਾਂ, ਪਰ ਸਾਡੀ ਧੀ ਕਹਿੰਦੀ ਹੈ ਕਿ ਜੇ ਮੇਰਾ ਇਸ ਬੁੱਢੇ ਨਾਲ ਸਿਰ ਨਰਡ ਕਰੋਗੇ, ਸਿਰ ਨਰਡ ਦਾ ਮਤਲਬ ਜੇ ਮੇਰਾ ਤੁਸੀਂ ਇਸ ਬੁੱਢੇ ਦੇ ਨਾਲ ਵਿਆਹ ਕਰੋਗੇ ਤਾਂ ਮੈਂ ਪਹਿਲਾਂ ਹੀ ਖੁਦਕੁਸ਼ੀ ਕਰ ਲਵਾਂਗੀ। ਕਹਾਣੀਕਾਰ ਕਿਸ ਤਰ੍ਹਾਂ ਦੀ ਸੋਚ ਦਾ ਧਾਰਨੀ ਸੀ? ਕਹਾਣੀਕਾਰ ਵੀ ਉਹਨਾਂ ਮਾਪਿਆਂ ਵਰਗੀ ਸੋਚ ਦਾ ਧਾਰਨੀ ਸੀ ਜੋ ਆਪਣੇ ਮੁੰਡੇ ਕੁੜੀਆਂ ਨੂੰ ਵਿਦੇਸ਼ ਵਿੱਚ ਤੋਰ ਕੇ ਆਪਣੇ ਪਰਿਵਾਰ ਨੂੰ ਆਰਥਿਕ ਤੌਰ 'ਤੇ ਖੁਸ਼ਹਾਲ ਦੇਖਣ ਦੀ ਇੱਛਾ ਰੱਖਦੇ ਹਨ। ਹਾਂਜੀ ਬੇਟੇ, ਆਹ ਜਿਹੜੇ ਕੁਐਸਚਨ ਆਨਸਰ ਹੈ ਇਹ ਤੁਹਾਨੂੰ ਭੇਜ ਚੁੱਕੀ ਹੋਈ ਹਾਂ। ਇਹ ਤੁਸੀਂ ਸਾਰੇ ਬੱਚਿਆਂ ਨੇ ਕੁਐਸਚਨਸ ਨੂੰ ਯਾਦ ਕਰਨਾ, ਰਿਵਾਈਜ਼ ਕਰਨਾ। ਬਾਕੀ ਜਿਹੜੀ ਵੀ ਕੋਈ ਪ੍ਰੋਬਲਮ ਹੋਈ ਆਪਾਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ। ਧੰਨਵਾਦ।